ਬਾਈ ਰਿਹਾਨਾ ਦੇ ਨਾਲ ਆਪਾਂ ਮੋਢੇ ਦੇ ਮੋਢਾ ਜੋੜ ਕੇ ਖੜਨਾ, ਉਹ ਆਪਣੇ ਲਈ ਹੱਕ 'ਚ ਖੜ ਗਈ। ਉਹ ਹੈ ਕੌਣ ਹੈ ਰਿਹਾਨਾ? ਯਾਰ ਰਿਹਾਨਾ ਹੁਣ ਤੈਨੂੰ ਕਿਵੇਂ ਸਮਝਾਵਾਂ, ਤੂੰ ਐ ਹਿਸਾਬ ਲਾ ਲਾ ਯਾਰ ਵੀ ਬਸ ਗੋਰਿਆਂ ਦੀ ਮਿਸ ਪੂਜਾ ਉਹ ਫੁੱਲ ਚੱਲਦੀ ਆ ਉੱਥੇ। ਰਿਹਾਨਾ ਇਹ ਪੰਜਾਬੀ ਲੋਕ ਨੇ, ਇਹ ਜਿਹੜੀ ਚੀਜ਼ ਨੂੰ ਦਿਲ ਤੇ ਲਾ ਲੈਣ ਛੇਤੀ ਲਾਉਂਦੇ ਨਹੀਂ। ਇਹਦਾ ਐ ਨਹੀਂ ਪਤਾ ਆਉਣ ਵਾਲੇ ਸਾਲ 'ਚ ਤੇਰੇ 3-4 ਸ਼ੋਅ ਬਠਿੰਡੇ ਰਾਮਪੁਰੀ ਕਰਾ ਦਈਏ। ਮਤਲਬ ਰਿਹਾਨਾ ਸਾਡੇ ਨਾਲ ਖੜੀ ਆ, ਤੇਰੇ ਬਾਰੇ ਕੋਈ ਵੀ ਬੋਲੂ ਅਸੀਂ ਉਹਦੇ ਨਾਲ ਖੜਾਂਗੇ, ਕਿਉਂਕਿ ਪੰਜਾਬ ਤੇ ਸਾਰੇ ਕਿਸਾਨਾਂ ਦਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ। ਇੱਥੇ ਆ ਕੇ ਇੱਕ ਗੱਲ ਤਾਂ ਦਿਮਾਗੋਂ ਨਿਕਲਦੀ ਆ, ਕਹਿੰਦਾ ਮੋਰ ਦੇ ਹੰਝੂ ਨਾਲ ਜਵਾਕ ਪੈਦਾ ਹੋਣ ਨਾ ਹੋਣ, ਪਰ ਇੱਕ ਕਿਸਾਨ ਦੇ ਹੰਝੂ ਨੇ ਬਹੁਤ ਸੂਰਮੇ ਪੈਦਾ ਕਰਤੇ। ਆ ਗਿਆ ਟਕੈਤ ਸਾਹਿਬ, ਗੱਭਰੂ ਕਹਿੰਦੇ ਯੋਰ ਮਾਰੀ ਜਾਂਦੇ ਨੇ। ਇਹਨੂੰ ਕਹਿੰਦੇ ਨੇ ਕਿਸਾਨ ਅੰਦੋਲਨ। ਮੇਰੇ ਪੰਜਾਬੀ ਵੀਰੋ, ਕਿਸਾਨ ਮਜ਼ਦੂਰਾਂ ਦਾ ਸੰਘਰਸ਼ ਤੇ ਏਕਾ ਜਿੰਦਾਬਾਦ ਹੈ। ਜੇ ਅੱਜ ਆਪਾਂ ਕਿਸਾਨੀ ਸੰਘਰਸ਼ ਤੇ ਝਾਤ ਮਾਰੀਏ ਤਾਂ ਇਹ ਆਗੂ ਪੰਜਾਬ ਦੇ ਬਾਰਡਰ ਤੇ ਹੀ ਧਰਨਾ ਲਾਉਣਾ ਚਾਹੁੰਦੇ ਸੀ। ਗੁਰਾਹਾਂ ਗਰੁੱਪ ਦਾ ਉੱਥੇ ਬੈਠ ਵੀ ਗਿਆ, ਪਰ ਮੁੜ ਸ਼ਰਮੋ ਸ਼ਰਮੀ ਦਿੱਲੀ ਤੱਕ ਕੱਪੜ ਗਿਆ। ਫਿਰ ਇਹਨਾਂ ਨੇ ਜਿਸ ਤਰ੍ਹਾਂ ਦੀ ਅਗਵਾਈ ਕੀਤੀ ਕਿ ਭਾਂਡੇ ਖੜਕਾਉਣੇ, ਵਰਤ ਰੱਖਣੇ, ਤਿਰੰਗਿਆਂ ਨੂੰ ਸਲਾਮੀਆਂ ਦੇਣੀਆਂ, ਦਿੱਲੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਦਿਵਸ ਮਨਾਉਣੇ, ਸੰਘਰਸ਼ ਨੂੰ ਮੇਲੇ ਦਾ ਰੂਪ ਦੇਣਾ, ਉਹਨੂੰ ਆਪਣੇ ਹਿੱਤਾਂ ਵਾਸਤੇ ਵਰਤਣਾ, ਦਿੱਲੀ ਨੂੰ ਘੇਰਾ ਪਾਉਣ ਤੋਂ ਕੰਨੀ ਕਤਰਾਉਣਾ, ਸਰਕਾਰ ਨੂੰ ਹਾਸ਼ਿਸ਼ ਕਰਨ ਦੀ ਬਜਾਏ ਆਪਣੇ ਹੀ ਨੌਜਵਾਨਾਂ ਵੱਲ ਸੇਧਿਤ ਹੋ ਜਾਣਾ ਤੇ ਉਹਨਾਂ ਨੂੰ ਗਦਾਰ ਹੋਣ ਦੇ ਸਰਟੀਫਿਕੇਟ ਵੰਡਣੇ। ਇਹ ਸਾਰਾ ਕੁਝ ਸੰਘਰਸ਼ ਕਰ ਰਹੇ ਲੋਕਾਂ ਨੂੰ, ਜਿਹੜੇ ਇਸ ਸੰਘਰਸ਼ ਦੀ ਅਸਲੀ ਸ਼ਕਤੀ ਸੀ, ਅਸਲੀ ਜਿੰਦ ਜਾਨ ਸੀ, ਉਹਨਾਂ ਨੂੰ ਨਹੀਂ ਸੀ ਪਾਉਂਦਾ। ਇਹਨਾਂ ਉਹਨਾਂ ਦੀਆਂ ਭਾਵਨਾ ਨੂੰ ਮੁੱਢੋਂ ਹੀ ਨਕਾਰ ਦਿੱਤਾ ਤੇ ਆਪਣੀ ਮਰਜ਼ੀ ਥੋਪੀ ਉਹਨਾਂ ਤੇ। ਗਦਾਰ ਹੋਣ ਦੇ ਸਰਟੀਫਿਕੇਟ ਮਿਲਣੇ ਵੀ ਕੋਈ ਨਵੀਂ ਗੱਲ ਨਹੀਂ। ਉਸ ਵੇਲੇ ਵੀ ਕਾਲੀ ਕਹਿੰਦੇ ਸੀ ਕਿ ਸੰਤ ਕਾਂਗਰਸ ਦੇ ਏਜੰਟ ਨੇ, ਅੰਤ ਵਿੱਚ ਫੁੱਟ ਪਾਉਂਦੇ ਨੇ ਤੇ ਹੋਰ ਵੀ ਬਹੁਤ ਕੁਝ। ਪਰ 19 ਜੁਲਾਈ 1982 ਤੋਂ ਲੈ ਕੇ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ, 6 ਜੂਨ 1984 ਤੱਕ ਪੂਰੇ 2 ਸਾਲ ਸੰਤਾਂ ਨੇ ਕਾਲੀਆਂ ਵਿਰੁੱਧ ਚੁੱਪ ਧਾਰ ਛੱਡੀ। ਵੇਖਿਆ ਜਾਵੇ ਤਾਂ ਦੀਪ ਸਿੱਧੂ ਵੀ 25 ਜਨਵਰੀ ਤੋਂ ਪਹਿਲਾਂ ਆਗੂਆਂ ਬਾਰੇ, ਕਿਸਾਨ ਆਗੂਆਂ ਬਾਰੇ ਕੁਝ ਨਹੀਂ ਬੋਲਿਆ। ਤੇ ਇਹ ਖਾਸ ਕਰਕੇ ਰਾਜੇਵਾਲ, ਇਸ ਦੇ ਕਿੰਨੇ ਬਿਆਨ ਨੇ ਦੀਪ ਵਿਰੁੱਧ। ਅਸੀਂ ਇੱਥੇ ਕੋਈ ਸ਼ਖਸੀਅਤ ਦੇ ਤੌਰ ਤੇ ਤੁਲਨਾ ਨਹੀਂ ਕਰ ਰਹੇ, ਬਲਕਿ ਅਸੀਂ ਵਰਤਾਰਿਆਂ ਦੀ ਤੁਲਨਾ ਕਰ ਰਹੇ ਹਾਂ ਕਿ ਉਸ ਸਮੇਂ ਕੀ ਵਾਪਰਿਆ ਤੇ ਅੱਜ ਕੀ ਵਾਪਰ ਰਿਹਾ। ਲਾਲ ਕਿਲੇ ਤੇ ਜਾਣ ਦਾ ਪ੍ਰੋਗਰਾਮ ਦੀਪ ਸਿੱਧੂ ਦਾ ਨਹੀਂ ਸੀ, ਨਾ ਹੀ ਉਸ ਦਾ ਕੋਈ ਅਜਿਹਾ ਬਿਆਨ ਸੀ। ਕਿਸਾਨ ਆਗੂਆਂ ਵਿੱਚੋਂ ਕਿੰਨੀਆਂ ਦੀਆਂ ਵੀਡੀਓ ਤੱਕ ਮੌਜੂਦ ਨੇ ਕਿ ਇਹਨਾਂ ਨੇ ਰਿੰਗ ਰੋਡ ਤੇ ਲਾਲ ਕਿਲੇ ਜਾਣ ਬਾਰੇ ਕਿਹਾ, ਪਰ ਐਨ ਮੌਕੇ ਤੇ ਆ ਕੇ ਮੁੱਕਰ ਗਏ। ਫਿਰ ਇਹ ਹੁਣ ਤੱਕ ਕਹਿੰਦੇ ਰਹੇ ਕਿ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਨੇੜੇ ਨਹੀਂ ਢੁਕਣ ਦੇਣਾ। ਤਾਂ ਜੋਗਿੰਦਰ ਯਾਦਵ ਬਾਰੇ ਸਪਸ਼ਟੀਕਰਨ ਦੇਣ ਕਿ ਉਹ ਸਵਰਾਜ ਇੰਡੀਆ ਨਾਂ ਦੀ ਰਾਜਨੀਤਿਕ ਪਾਰਟੀ ਦਾ ਮੁਖੀ ਨਹੀਂ। ਫਿਰ ਇਹ ਲੱਖਾ ਸਿਧਾਣਾ, ਸੁਖਪ੍ਰੀਤ ਸਿੰਘ ਉਦੋਕੇ ਤੇ ਹੋਰ ਵੀ ਬਹੁਤ ਜਣੇ ਜਿਨ੍ਹਾਂ ਵਿਰੁੱਧ ਇਹ ਆਏ ਦਿਨ ਬਿਆਨ ਦਾਗਦੇ ਨੇ, ਕਿ ਉਹ ਕਦੇ ਬੋਲੇ ਇਹਨਾਂ ਬਾਰੇ। ਰਾਜੇਵਾਲ ਸਾਹਿਬ ਨਿਸ਼ਾਨ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਕਰਦੇ, ਫਿਰ ਸੰਗਤ ਦੇ ਦਬਾਅ ਪਾਉਣ ਤੇ ਮਾਫੀ ਮੰਗਦੇ ਆ। ਫਿਰ ਉਸ ਸਮੇਂ ਗੁਰਨਾਮ ਸਿੰਘ ਚੜੂਨੀ, ਉਹਨੂੰ ਬਾਹਰ ਕਰ ਦਿੱਤਾ ਜਾਂਦਾ, ਫਿਰ ਸੰਗਤ ਦੇ ਦਬਾਅ ਪਾਉਣ ਤੇ ਆਪਣਾ ਫੈਸਲਾ ਵਾਪਸ ਲਿਆ ਜਾਂਦਾ। ਇਹ ਸਾਰਾ ਕੁਝ ਸਾਨੂੰ ਸੋਚਣ ਲਈ ਮਜਬੂਰ ਕਰਦਾ ਕਿ ਇਹ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ, ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ। ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਜਿੰਨੇ ਵੀ ਅਪਡੇਟ ਨੇ ਸਾਰੇ ਖਾਸ ਨੇ, ਜਿੱਥੇ ਕਿ ਕੁਝ ਵੱਡੇ ਖੁਲਾਸੇ ਸਾਹਮਣੇ ਆਏ ਨੇ। ਇਸ ਲਈ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਈ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ। ਦੋਸਤੋ ਲੱਖਾ ਸਿਧਾਣਾ ਤੇ ਦੀਪ ਸਿੱਧੂ ਜਿਹੜੇ ਕਿ ਕਿਸਾਨੀ ਸੰਘਰਸ਼ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ, ਜਾਂ ਫਿਰ ਕਹਿ ਸਕਦੇ ਹਾਂ ਕਿ ਨੌਜਵਾਨਾਂ ਨੂੰ ਸੰਘਰਸ਼ ਦੇ ਵਿੱਚ ਲਾਮਬੰਦ ਕਰਨ ਦੇ ਲਈ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੇ ਅਹਿਮ ਯੋਗਦਾਨ ਪਾਇਆ ਹੈ। ਉੱਥੇ ਦੋਸਤੋ 26 ਜਨਵਰੀ ਨੂੰ ਜਾਂ ਫਿਰ 26 ਜਨਵਰੀ ਤੋਂ ਬਾਅਦ ਜੋ ਵੀ ਘਟਨਾਵਾਂ ਹੋਈਆਂ ਉਹ ਕਿਸੇ ਤੋਂ ਲੁਕੀਆਂ ਨਹੀਂ ਨੇ, ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਨੇ। ਜਿੱਥੇ ਕਿ ਪਹਿਲਾਂ ਦੀਪ ਸਿੱਧੂ ਦੇ 1 ਲੱਖ ਰੁਪਏ ਦਾ ਇਨਾਮ ਰੱਖ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਕਰਕੇ ਨੌਜਵਾਨ ਕਾਫੀ ਜ਼ਿਆਦਾ ਉਹਨਾਂ ਦੇ ਹੱਕ ਦੇ ਵਿੱਚ ਮੁਹਿੰਮ ਵੀ ਚਲਾ ਰਹੇ ਨੇ। ਇਸ ਵੇਲੇ ਸੋਸ਼ਲ ਮੀਡੀਆ ਤੇ #ਫ੍ਰੀ ਦੀਪ ਸਿੱਧੂ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ, ਕਾਫੀ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। ਉੱਥੇ ਦੋਸਤੋ ਲੱਖਾ ਸਿਧਾਣਾ ਬਾਰੇ ਵੀ ਹਰ ਰੋਜ਼ ਅਫਵਾਹਾਂ ਸਾਹਮਣੇ ਆ ਰਹੀਆਂ ਨੇ ਕਿ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦ ਕਿ ਹਾਲੇ ਤੱਕ ਇਹ ਖਬਰਾਂ ਸਿਰਫ ਅਫਵਾਹਾਂ ਹੀ ਸਾਬਤ ਹੋਈਆਂ ਨੇ। ਉੱਥੇ ਦੋਸਤੋ ਦੀਪ ਸਿੱਧੂ ਅਤੇ
ਲੱਖਾ ਸਿਧਾਣਾ ਦੇ ਨਾਲ ਕਾਫੀ ਨੇੜੇ ਰਹੇ। ਇਸ ਸੰਘਰਸ਼ ਦੇ ਵਿੱਚ ਜੁੜੇ ਕੁਝ ਲੋਕਾਂ ਵੱਲੋਂ ਵੱਡੇ ਖੁਲਾਸੇ ਸਾਹਮਣੇ ਆਏ ਨੇ, ਜੋ ਕਿ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਦੇ ਵਿੱਚ ਪੇਸ਼ ਕਰਾਂਗੇ। ਇਸ ਲਈ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਫੈਸਲਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਕੇ ਜਾਇਓ ਕਿ ਤੁਹਾਨੂੰ ਇਸ ਸਾਰੇ ਮਸਲੇ ਦੇ ਵਿੱਚ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ। ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਇਸ ਭੈਣ ਦੀ ਸਾਹਮਣੇ ਆਈ ਵੀਡੀਓ ਵੱਲ, ਜਿਸ ਦੇ ਵਿੱਚ ਉਹਨਾਂ ਨੇ ਕੁਝ ਵੱਡੇ ਖੁਲਾਸੇ ਸਾਹਮਣੇ ਰੱਖੇ ਨੇ ਤੇ ਨਾਲ ਹੀ ਇਤਿਹਾਸ ਦੀ ਇੱਕ ਘਟਨਾ ਨੂੰ ਰਿਲੇਟ ਕਰਦੇ ਹੋਏ ਅੱਜ ਦੀ ਇਸ ਘਟਨਾ ਦੇ ਨਾਲ ਚੰਗੀ ਤਰੀਕੇ ਦੇ ਨਾਲ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਮਝਾਈ ਹੈ ਸਾਰੀ ਗੱਲ ਕਿ ਕਿਵੇਂ ਸਾਰਾ ਕੁਝ ਵਾਪਰਿਆ, ਜੋ ਕਿ ਪਹਿਲਾਂ ਇਤਿਹਾਸ ਦੇ ਵਿੱਚ ਵੀ ਹੋ ਚੁੱਕਿਆ ਹੈ। ਜਿਵੇਂ ਕਿ ਸਿਆਣੇ ਕਹਿੰਦੇ ਨੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਕਿ ਇਹ ਸੱਚਮੁੱਚ ਇਤਿਹਾਸ ਇੱਕ ਵਾਰ ਫਿਰ ਤੋਂ ਦੁਹਰਾਇਆ ਜਾ ਰਿਹਾ ਹੈ? ਇਹ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਫੈਸਲਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ। ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਭੈਣ ਦੀ ਵੀਡੀਓ ਵੱਲ, ਜਿਸ ਤੋਂ ਬਾਅਦ ਕੁਝ ਹੋਰ ਵੀ ਵੱਡੇ ਖੁਲਾਸੇ ਤੁਹਾਡੇ ਨਾਲ ਸਾਂਝੇ ਕਰਾਂਗੇ। ਇਸ ਲਈ ਤੁਸੀਂ ਲਗਾਤਾਰ ਵੀਡੀਓ ਦੇ ਨਾਲ ਬਣੇ ਰਹਿਣਾ। ਹਾਲ ਵਿੱਚ ਵਾਪਰੇ ਵਰਤਾਰਿਆਂ ਤੋਂ ਸੇਧ ਨਹੀਂ ਲੈਂਦੀਆਂ, ਉਹ ਆਪਣਾ ਭਵਿੱਖ ਤਬਾਹ ਕਰ ਲੈਂਦੀਆਂ ਨੇ। ਦੀਪ ਸਿੱਧੂ ਦੀ 25 ਜਨਵਰੀ ਨੂੰ ਹੁੰਦੀ ਸਟੇਜ ਤੇ ਸ਼ਮੂਲੀਅਤ, ਫਿਰ 26 ਨੂੰ ਲਾਲ ਕਿਲ੍ਹੇ ਤੇ ਜਾਣਾ, ਉਪਰੰਤ ਮੋਰਚੇ ਤੇ ਸਰਕਾਰ ਦੀ ਸਖਤੀ, ਰਕੇਸ਼ ਟਕੈਤ ਦਾ ਉੱਭਰਨਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੇ ਗੁੰਡਿਆਂ ਵੱਲੋਂ ਹਮਲਾ ਤੇ ਹੋਰ ਵੀ ਜੋ ਕੁਝ ਵੀ ਉਸ ਸਮੇਂ ਵਾਪਰਿਆ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਅੱਜ ਮੈਂ ਇੱਥੇ ਤੁਹਾਡੇ ਨਾਲ ਇੱਕ ਇਤਿਹਾਸਕ ਘਟਨਾ ਦੀ ਸਾਂਝ ਪਾਉਣਾ ਚਾਹੁੰਦੀ ਹਾਂ। ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ 13 ਅਪ੍ਰੈਲ 1978 ਨੂੰ ਨਿਰੰਕਾਰੀ ਕਾਂਡ ਵਾਪਰਿਆ ਸੀ, ਜਿਸ ਵਿੱਚ 13 ਸਿੰਘ ਸ਼ਹੀਦ ਹੋਏ ਸੀ ਤੇ 3 ਰਾਹਗੀਰ ਮਾਰੇ ਗਏ ਸੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਮਝਦੇ ਸੀ ਕਿ ਜੇਕਰ ਜੀਵਨ ਸਿੰਘ ਉਮਰਾ ਨੰਗਲ ਨਿਰੰਕਾਰੀ ਸਮਾਗਮ ਰੁਕਵਾ ਦਿੰਦਾ ਤਾਂ ਸਿੱਖ ਨਿਰੰਕਾਰੀ ਸਾਕਾ ਟਲ ਜਾਣਾ ਸੀ। ਉਧਰ ਜੀਵਨ ਸਿੰਘ ਉਮਰਾ ਨੰਗਲ ਦਾ ਇਹ ਮਤ ਸੀ ਕਿ ਜੇ ਸੰਤ ਨਿਰੰਕਾਰੀ ਸਮਾਗਮ ਰਖਵਾਉਣ ਲਈ ਜਥਾ ਨਾ ਭੇਜਦੇ ਤਾਂ ਪੰਜਾਬ ਵਿੱਚ ਅਮਨ ਕਾਇਮ ਰਹਿਣਾ ਸੀ। ਸੰਤ ਜਰਨੈਲ ਸਿੰਘ ਜੀ ਨੇ 17 ਅਗਸਤ 1978 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਤੇ ਅਕਾਲੀਆਂ ਵੱਲੋਂ ਆਯੋਜਿਤ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਕਿ 20 ਜਨਵਰੀ ਨੂੰ ਨਿਰੰਕਾਰੀ ਭਵਨ ਬੰਦ ਕਰਾਇਆ ਜਾਵੇਗਾ। ਤਾਂ ਜੀਵਨ ਸਿੰਘ ਉਮਰਾ ਨੰਗਲ ਨੇ ਇਹਨੂੰ ਇੱਕ ਜਾਤੀ ਚੈਲੰਜ ਸਮਝਿਆ ਤੇ ਮਾਈਕ ਫੜ ਕੇ ਸਟੇਜ ਤੋਂ ਇਉਂ ਬੋਲਣ ਲੱਗਾ, ਸੁਣ ਲਵੋ ਭਰਾਵੋ, ਮੇਰੇ ਸ਼ੈਲਰ ਤੇ ਕੁਛ ਸਾਧ ਆਏ, ਇਹਨੂੰ ਕਹਿੰਦੇ ਉਮਰਾ ਨੰਗਲ ਕੁਛ ਮੰਗ ਲੈ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਹਾਡੇ ਵਰਗੇ ਸਾਧਾਂ ਤੋਂ ਕੁਛ ਵੀ ਮੰਗਣ ਦੀ ਲੋੜ ਨਹੀਂ, ਮੇਰੇ ਸ਼ੈਲਰ ਤੋਂ ਚਲੇ ਜਾਓ। ਤੇ ਕਿਹਾ ਕਿ ਕੁਛ ਨਾ ਕੁਛ ਮੰਗ ਲੈ। ਤਾਂ ਮੈਂ ਉਹਨਾਂ ਨੂੰ ਉੱਥੋਂ ਧੱਕੇ ਮਾਰ ਕੇ ਕੱਢ ਦਿੱਤਾ। ਇਸੇ ਤਰ੍ਹਾਂ ਅੱਜ ਵੀ ਕੁਝ ਲੋਕ ਕਹਿੰਦੇ ਨੇ ਕਿ ਅਸੀਂ ਭਵਨ ਬੰਦ ਕਰਾਉਣਾ। ਮੈਂ ਜਰਨੈਲ ਸਿੰਘ ਨੂੰ ਕਹਿਣਾ ਤੂੰ ਭਵਨ ਬੰਦ ਕਰਾਵੀਂ, ਮੈਂ ਖਿਲਾਉਂਗਾ ਤੇ ਗੋਲੀਆਂ ਨਾਲ ਡਾਊਂਗਾ। ਇੰਨਾ ਭਾਸ਼ਣ ਸੁਣਨ ਦੀ ਦੇਰ ਸੀ ਕਿ ਸੰਗਤ ਵਿੱਚੋਂ ਕੁਝ ਜਣੇ ਉੱਠ ਕੇ ਸਟੇਜ ਤੇ ਚੜ੍ਹ ਗਏ ਤੇ ਜੀਵਨ ਸਿੰਘ ਉਮਰਾ ਨੰਗਲ ਤੇ ਸਰੀਰਕ ਬਲ ਦੀ ਵਰਤੋਂ ਕਰਨ ਲੱਗੇ। ਸਟੇਜ ਤੇ ਗੜਬੜ ਹੁੰਦੀ ਵੇਖ ਕੇ ਸੰਤ ਜਰਨੈਲ ਸਿੰਘ ਜੀ ਲਾਊਡ ਸਪੀਕਰ ਕੋਲ ਗਏ ਤਾਂ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਹਾਇਕ ਮੇਜਰ ਸਿੰਘ ਉੱਬੋਕੇ ਨੇ ਸੰਤਾਂ ਨੂੰ ਬਾਂਹ ਤੋਂ ਫੜ ਕੇ ਧੱਕਾ ਦੇ ਕੇ ਕਿਹਾ ਕਿ ਜਾ ਪਰਾਂ ਯਾਰ, ਤੂੰ ਤਾਂ ਰੌਲਾ ਹੀ ਪਵਾ ਦਿੱਤਾ। ਮੇਜਰ ਸਿੰਘ ਉੱਬੋਕੇ ਦੇ ਇਹ ਸ਼ਬਦ ਸੁਣ ਕੇ ਸੰਤ ਜਰਨੈਲ ਸਿੰਘ ਮੁੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਚੌਰ ਸਾਹਿਬ ਫੜ ਕੇ ਬੈਠ ਗਏ। ਸੰਗਤ ਵਿੱਚ ਰੌਲਾ ਵੱਧ ਗਿਆ ਤੇ ਸਟੇਜ ਪ੍ਰਬੰਧਕਾਂ ਦੇ ਕਾਬੂ ਤੋਂ ਬਾਹਰ ਹੋ ਗਈ। ਪ੍ਰਕਾਸ਼ ਸਿੰਘ ਬਾਦਲ ਤੇ ਜਗਦੇਵ ਸਿੰਘ ਤਲਵੰਡੀ ਵੀ ਉਸ ਸਮੇਂ ਸਟੇਜ ਤੇ ਬੈਠੇ ਸੀ। ਤਾਂ ਬਾਦਲ ਨੇ ਤਲਵੰਡੀ ਨੂੰ ਕਿਹਾ ਕਿ ਤੂੰ ਜਾ ਕੇ ਸੰਤਾਂ ਨੂੰ ਕਹਿ ਸਟੇਜ ਤੇ ਜਾ ਕੇ ਰੌਲਾ ਬੰਦ ਕਰਾਉਣ। ਤਾਂ ਉਹਨੇ ਆਪਣੇ ਝਟਕੇ ਅੰਦਾਜ਼ ਵਿੱਚ ਕਿਹਾ ਕਿ ਤੂੰ ਕਹਿ ਦੇ ਖਾਂ। ਫਿਰ ਬਾਦਲ ਸੰਤਾਂ ਕੋਲ ਬੇਨਤੀ ਲੈ ਕੇ ਆਇਆ ਕਿ ਸੰਤ ਜੀ, ਅੱਜ ਸਾਰਾ ਕੁਝ ਤੁਹਾਡੇ ਹੱਥ ਵਿੱਚ ਆ, ਚਾਹੇ ਮਰਵਾ ਲਓ ਸਾਨੂੰ, ਚਾਹੇ ਰੱਖ ਲਓ। ਫਿਰ ਸੰਤ ਸਟੇਜ ਤੇ ਗਏ ਤੇ ਸੰਗਤਾਂ ਨੂੰ ਇਉਂ ਸੰਬੋਧਨ ਹੋਏ, ਕਿੰਨਾ ਵੀ ਰੌਲਾ ਕਿਉਂ ਨਾ ਪਾਵੇ, ਸਾਨੂੰ ਉਹਦੀ ਗੱਲ ਸੁਣ ਜ਼ਰੂਰ ਲੈਣੀ ਚਾਹੀਦੀ ਆ। ਮਹਾਰਾਜ ਦੀ ਹਜ਼ੂਰੀ ਵਿੱਚ ਇਹ ਸਭ ਠੀਕ ਨਹੀਂ। ਜਥੇਦਾਰ ਉਮਰਾ ਨੰਗਲ 5 ਮਿੰਟ ਹੋਰ ਬੋਲ ਲੈਣ। ਇੰਨਾ ਕਹਿੰਦੀ ਦੇਰ ਸੀ ਕਿ ਸੰਗਤ ਸਾਰੀ ਸ਼ਾਂਤ ਹੋ ਗਈ, ਪਰ ਉਹਨਾਂ ਨੇ ਜਥੇਦਾਰ ਉਮਰਾ ਨੰਗਲ ਨੂੰ ਬੋਲਣ ਨਹੀਂ ਦਿੱਤਾ। ਉਸ ਸਮੇਂ ਕੇਵਲ ਸੰਤ ਜਰਨੈਲ ਸਿੰਘ ਹੀ ਸਨ ਜਿਹੜੇ ਬਹੁਤਾਤ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਸਨ। ਜੇ ਅੱਜ ਆਪਾਂ ਕਿਸਾਨੀ ਸੰਘਰਸ਼ ਤੇ ਝਾਤ ਮਾਰੀਏ ਤਾਂ ਇਹ ਆਗੂ ਪੰਜਾਬ ਦੇ ਬਾਰਡਰ ਤੇ ਹੀ ਧਰਨਾ ਲਾਉਣਾ ਚਾਹੁੰਦੇ ਸੀ। ਗੁਰਾਹਾਂ ਗਰੁੱਪ ਦਾ ਉੱਥੇ ਬੈਠ ਵੀ ਗਿਆ, ਪਰ ਮੁੜ ਸ਼ਰਮੋ ਸ਼ਰਮੀ ਦਿੱਲੀ ਤੱਕ ਕੱਪੜ ਗਿਆ। ਫਿਰ ਇਹਨਾਂ ਨੇ ਜਿਸ ਤਰ੍ਹਾਂ ਦੀ ਅਗਵਾਈ ਕੀਤੀ ਕਿ ਭਾਂਡੇ ਖੜਕਾਉਣੇ, ਵਰਤ ਰੱਖਣੇ, ਤਿਰੰਗਿਆਂ ਨੂੰ ਸਲਾਮੀਆਂ ਦੇਣੀਆਂ, ਦਿੱਲੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਦਿਵਸ ਮਨਾਉਣੇ, ਸੰਘਰਸ਼ ਨੂੰ ਮੇਲੇ ਦਾ ਰੂਪ ਦੇਣਾ, ਉਹਨੂੰ ਆਪਣੇ ਹਿੱਤਾਂ ਵਾਸਤੇ ਵਰਤਣਾ, ਦਿੱਲੀ ਨੂੰ ਘੇਰਾ ਪਾਉਣ ਤੋਂ ਕੰਨੀ ਕਤਰਾਉਣਾ, ਸਰਕਾਰ ਨੂੰ ਹਾਸ਼ਿਸ਼ ਕਰਨ ਦੀ ਬਜਾਏ ਆਪਣੇ ਹੀ ਨੌਜਵਾਨਾਂ ਵੱਲ ਸੇਧਿਤ ਹੋ ਜਾਣਾ ਤੇ ਉਹਨਾਂ ਨੂੰ ਗਦਾਰ ਹੋਣ ਦੇ ਸਰਟੀਫਿਕੇਟ ਵੰਡਣੇ। ਇਹ ਸਾਰਾ ਕੁਝ ਸੰਘਰਸ਼ ਕਰ ਰਹੇ ਲੋਕਾਂ ਨੂੰ
ਜਿਹੜੇ ਇਸ ਸੰਘਰਸ਼ ਦੀ ਅਸਲੀ ਸ਼ਕਤੀ ਸੀ, ਅਸਲੀ ਜਿੰਦ ਜਾਨ ਸੀ, ਉਹਨਾਂ ਨੂੰ ਨਹੀਂ ਸੀ ਪਾਉਂਦਾ। ਉਹਨਾਂ ਦੀਆਂ ਭਾਵਨਾ ਨੂੰ ਮੁੱਢੋਂ ਹੀ ਨਕਾਰ ਦਿੱਤਾ ਤੇ ਆਪਣੀ ਮਰਜ਼ੀ ਥੋਪੀ ਉਹਨਾਂ ਤੇ। ਗਦਾਰ ਹੁੰਦੇ ਸਰਟੀਫਿਕੇਟ ਮਿਲਣੇ ਵੀ ਕੋਈ ਨਵੀਂ ਗੱਲ ਨਹੀਂ। ਉਸ ਵੇਲੇ ਵੀ ਅਕਾਲੀ ਕਹਿੰਦੇ ਸੀ ਕਿ ਸੰਤ ਕਾਂਗਰਸ ਦੇ ਏਜੰਟ ਨੇ, ਅੰਤ ਵਿੱਚ ਫੁੱਟ ਪਾਉਂਦੇ ਨੇ ਤੇ ਹੋਰ ਵੀ ਬਹੁਤ ਕੁਝ। ਪਰ 19 ਜੁਲਾਈ 1982 ਤੋਂ ਲੈ ਕੇ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ, 6 ਜੂਨ 1984 ਤੱਕ ਪੂਰੇ 2 ਸਾਲ ਸੰਤਾਂ ਨੇ ਅਕਾਲੀਆਂ ਵਿਰੁੱਧ ਚੁੱਪ ਧਾਰ ਛੱਡੀ। ਵੇਖਿਆ ਜਾਵੇ ਤਾਂ ਦੀਪ ਸਿੱਧੂ ਵੀ 25 ਜਨਵਰੀ ਤੋਂ ਪਹਿਲਾਂ ਆਗੂਆਂ ਬਾਰੇ, ਕਿਸਾਨ ਆਗੂਆਂ ਬਾਰੇ ਕੁਝ ਨਹੀਂ ਬੋਲਿਆ। ਤੇ ਇਹ ਖਾਸ ਕਰਕੇ ਰਾਜੇਵਾਲ, ਇਸ ਦੇ ਕਿੰਨੇ ਬਿਆਨ ਨੇ ਦੀਪ ਵਿਰੁੱਧ। ਅਸੀਂ ਇੱਥੇ ਕੋਈ ਸ਼ਖਸੀਅਤ ਦੇ ਤੌਰ ਤੇ ਤੁਲਨਾ ਨਹੀਂ ਕਰ ਰਹੇ, ਬਲਕਿ ਅਸੀਂ ਵਰਤਾਰਿਆਂ ਦੀ ਤੁਲਨਾ ਕਰ ਰਹੇ ਹਾਂ ਕਿ ਉਸ ਸਮੇਂ ਕੀ ਵਾਪਰਿਆ ਤੇ ਅੱਜ ਕੀ ਵਾਪਰ ਰਿਹਾ। ਲਾਲ ਕਿਲੇ ਤੇ ਜਾਣ ਦਾ ਪ੍ਰੋਗਰਾਮ ਦੀਪ ਸਿੱਧੂ ਦਾ ਨਹੀਂ ਸੀ, ਨਾ ਹੀ ਉਸਦਾ ਕੋਈ ਅਜਿਹਾ ਬਿਆਨ ਸੀ। ਕਿਸਾਨ ਆਗੂਆਂ ਵਿੱਚੋਂ ਕਿੰਨੀਆਂ ਦੀਆਂ ਵੀਡੀਓ ਤੱਕ ਮੌਜੂਦ ਨੇ ਕਿ ਇਹਨਾਂ ਨੇ ਰਿੰਗ ਰੋਡ ਤੇ ਲਾਲ ਕਿਲੇ ਜਾਣ ਬਾਰੇ ਕਿਹਾ, ਪਰ ਐਨ ਮੌਕੇ ਤੇ ਆ ਕੇ ਮੁੱਕਰ ਗਏ। ਫਿਰ ਇਹ ਹੁਣ ਤੱਕ ਕਹਿੰਦੇ ਰਹੇ ਕਿ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਨੇੜੇ ਨਹੀਂ ਟੁਕਣ ਦੇਣਾ, ਤਾਂ ਜੋਗਿੰਦਰ ਯਾਦਵ ਬਾਰੇ ਸਪਸ਼ਟੀਕਰਨ ਦੇਣ ਕਿ ਉਹ ਸਵਰਾਜ ਇੰਡੀਆ ਨਾਂ ਦੀ ਰਾਜਨੀਤਿਕ ਪਾਰਟੀ ਦਾ ਮੁਖੀ ਨਹੀਂ। ਫਿਰ ਇਹ ਲੱਖਾ ਸਿਧਾਣਾ, ਸੁਖਪ੍ਰੀਤ ਸਿੰਘ ਉਦੋਕੇ ਤੇ ਹੋਰ ਵੀ ਬਹੁਤ ਜਣੇ ਜਿਨ੍ਹਾਂ ਵਿਰੁੱਧ ਇਹ ਆਏ ਦਿਨ ਬਿਆਨ ਦਾਗਦੇ ਨੇ, ਕਿ ਉਹ ਕਦੇ ਬੋਲੇ ਇਹਨਾਂ ਬਾਰੇ। ਰਾਜੇਵਾਲ ਸਾਹਿਬ ਨਿਸ਼ਾਨ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਕਰਦੇ, ਫਿਰ ਸੰਗਤ ਤੇ ਦਬਾਅ ਪਾਉਣ ਤੇ ਮਾਫੀ ਮੰਗਦੇ ਆ। ਫਿਰ ਉਸ ਸਮੇਂ ਗੁਰਨਾਮ ਸਿੰਘ ਚੜੂਨੀ, ਉਹਨੂੰ ਬਾਹਰ ਕਰ ਦਿੱਤਾ ਜਾਂਦਾ, ਫਿਰ ਸੰਗਤ ਦੇ ਦਬਾਅ ਪਾਉਣ ਤੇ ਆਪਣਾ ਫੈਸਲਾ ਵਾਪਸ ਲਿਆ ਜਾਂਦਾ। ਇਹ ਸਾਰਾ ਕੁਝ ਸਾਨੂੰ ਸੋਚਣ ਲਈ ਮਜਬੂਰ ਕਰਦਾ ਕਿ ਇਹ ਆਗੂ ਵਾਕਈ ਇਮਾਨਦਾਰ ਨੇ, ਕਿਤੇ ਸਾਡੇ ਲੋਕਾਂ ਦੀ ਪਿੱਠ 'ਚ ਛੁਰਾ ਤਾਂ ਨਹੀਂ ਖੋਬ ਰਹੇ ਜਾਂ ਖੋਬਣ ਦੀ ਤਿਆਰੀ 'ਚ ਨੇ। ਆਮ ਲੋਕ ਤਾਂ ਉੱਥੇ ਟੈਂਟਾਂ ਵਿੱਚ ਰਹਿ ਰਹੇ ਨੇ, ਪਰ ਇਹ ਆਲੀਸ਼ਾਨ ਹੋਟਲਾਂ 'ਚ ਕਿਉਂ? ਮੈਂ ਨੌਜਵਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣਾ ਇਤਿਹਾਸ ਪੜ੍ਹੋ ਤੇ ਵਾਚੋ। ਇਹਨੂੰ ਵਿਚਾਰ ਕੇ ਆਪਣੇ ਆਗੂਆਂ ਨੂੰ ਗੁਰਮਤ ਅਨੁਸਾਰ ਫੈਸਲੇ ਲੈਣ ਲਈ ਪ੍ਰੇਰਿਤ ਕਰੋ। ਇਹ ਸੰਘਰਸ਼ ਤੁਹਾਡੇ ਸਦਕਾ ਹੀ ਇੱਥੋਂ ਤੱਕ ਅੱਪੜਿਆ। ਇਹਦੀ ਵਾਗਡੋਰ ਤੁਸੀਂ ਸੰਭਾਲੋ, ਤੁਹਾਡਾ ਹੱਕ ਆ। ਅੱਜ ਲੱਖੇ ਸੈਣੀ ਦੀ ਗ੍ਰਿਫਤਾਰੀ ਦੀਆਂ ਖਬਰਾਂ ਵੀ ਆ ਰਹੀਆਂ ਨੇ। ਇਹ ਸਾਰਾ ਵਰਤਾਰਾ ਜੋ ਵਰਤ ਰਿਹਾ ਇੱਕ ਲੰਮੀ ਸੋਚ ਵਿਚਾਰ ਤੇ ਦੂਰ ਅੰਦੇਸ਼ੀ ਦੀ ਮੰਗ ਕਰਦਾ। ਕਿ ਲੱਖਾ ਸਿਧਾਣਾ ਕਦੇ ਕਿਸੇ ਕਿਸਾਨ ਆਗੂ ਬਾਰੇ ਕੁਝ ਬੋਲਿਆ ਹੋਵੇ, ਪਰ ਰਾਜੇਵਾਲ ਸ਼ਰੇਆਮ ਕਹਿ ਰਿਹਾ ਕਿ ਸਰਕਾਰ ਲੱਖੇ ਸਿਧਾਣੇ ਬਾਰੇ ਕੁਝ ਸੋਚੇ। ਇਹ ਸਾਰਾ ਕੁਝ ਕੀ ਹੋ ਰਿਹਾ? ਸੰਘਰਸ਼ ਨੂੰ ਕੌਣ ਡੋਬਦਾ ਪਿਆ, ਰਾਜੇਵਾਲ ਜਾਂ ਲੱਖਾ ਸਿਧਾਣਾ ਨੂੰ ਕੌਣ ਧਰਾਤਲ ਵੱਲ ਖਿੱਚ ਰਿਹਾ? ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲ ਚੁੱਕ ਲਿਖੀਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਸ ਕੁੜੀ ਵੱਲੋਂ ਕੀਤੇ ਗਏ ਖੁਲਾਸੇ ਤੁਸੀਂ ਸੁਣ ਹੀ ਲਏ ਨੇ, ਜਿਨ੍ਹਾਂ ਨੇ ਕਿ ਇਤਿਹਾਸ ਦੀਆਂ ਕੁਝ ਗੱਲਾਂ ਵੀ ਅੱਜ ਦੇ ਜੋ ਸਮਾਂ ਚੱਲ ਰਿਹਾ, ਜੋ ਵੀ ਕੁਝ ਵਾਪਰ ਰਿਹਾ, ਉਸ ਦੇ ਨਾਲ ਰਿਲੇਟ ਕਰਦੇ ਹੋਏ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਜੋ ਵੀ ਗੱਲਾਂ ਇਸ ਕੁੜੀ ਨੇ ਦੱਸੀਆਂ ਨੇ, ਉਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਨਾ। ਤੇ ਜੇਕਰ ਤੁਸੀਂ ਵੀ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਸਪੋਰਟ ਦੇ ਵਿੱਚ ਹੋ ਤਾਂ ਜ਼ਿਆਦਾ ਤੋਂ ਜ਼ਿਆਦਾ ਇਸ ਕਮੈਂਟ ਨੂੰ ਵਾਇਰਲ ਕਰੋ, ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। #ਫ੍ਰੀ ਦੀਪ ਸਿੱਧੂ ਤੇ #ਵੀ ਸਪੋਰਟ ਲੱਖਾ ਸਿਧਾਣਾ। ਤੇ ਹੁਣ ਦੋਸਤੋ, ਤੁਹਾਨੂੰ ਲੈ ਚੱਲਦੇ ਹਾਂ ਇੱਕ ਹੋਰ ਚਸ਼ਮਦੀਪ ਦੀ ਵੀਡੀਓ ਵੱਲ, ਜਿਸ ਨੇ ਕਿ ਕੁਝ ਵੱਡੇ ਖੁਲਾਸੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਬਾਰੇ ਕੀਤੇ ਨੇ। ਤੇ ਇੱਥੇ ਦੋਸਤੋ ਦੱਸ ਦਈਏ ਕਿ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਇਸ ਸ਼ਖਸ ਦਾ ਕਹਿਣਾ ਹੈ ਕਿ ਉਸਨੇ ਜ਼ਿਆਦਾਤਰ ਸਮਾਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਕਾਫੀ ਨਜ਼ਦੀਕ ਰਹਿ ਕੇ ਗੁਜ਼ਾਰਿਆ ਇਸ ਸਾਰੇ ਸੰਘਰਸ਼ ਦੇ ਵਿੱਚ। ਕਿ 25 ਤਰੀਕ ਨੂੰ ਕੋਈ 8 ਵਜੇ ਦਾ ਟਾਈਮ ਹੋਊਗਾ ਜਦੋਂ ਸਾਡੇ ਕੋਲ ਗੱਲ ਆਉਂਦੀ ਆ। ਉਦੋਂ ਪਹਿਲਾਂ ਰਹਿਰਾ ਸਾਹਿਬ ਤੋਂ ਬਾਅਦ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਨੇ ਸਟੇਜ ਤੇ ਚੜ੍ਹ ਕੇ ਮੈਕ ਫੜ ਕੇ ਇਹ ਗੱਲ ਕਹੀ ਵੀ ਅਸੀਂ ਇੰਨਾ ਤੇਲ ਫੂਕ ਕੇ ਆਏ ਆ, ਟਰੈਕਟਰ ਲੈ ਕੇ ਆਏ, ਸਾਨੂੰ ਦੱਸਿਆ ਨਹੀਂ ਗਿਆ। ਜਥੇਬੰਦੀਆਂ ਸਾਡੇ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰਨ, ਅਸੀਂ ਜਾਣਾ ਕਿੱਧਰ, ਅਸੀਂ ਕਿੱਧਰ ਨੂੰ ਜਾਣਾ ਆ। ਨੌਜਵਾਨ ਜਿਹੜੇ ਬੜੇ ਤਲਖੀ ਸਨ, ਸੰਗਤ ਦੀਆਂ ਭਾਵਨਾਵਾਂ ਕੁਝ ਹੋਰ ਸਨ ਤੇ ਲੀਡਰ ਉੱਥੋਂ ਜਿਹੜੇ ਨੇ ਜਾ ਚੁੱਕੇ ਸਨ। ਕਿਤੇ ਨਾ ਕਿਤੇ ਉਹਦਾ ਰੋਸ ਸੀ ਉਹਨਾਂ ਦੇ ਮਨਾਂ 'ਚ। ਤੇ ਉੱਥੋਂ ਨਿਹੰਗ ਸਿੰਘਾਂ ਨੇ ਕਾਲ ਕੀਤੀ, ਸਿੱਖ ਸਿਆਸਤ ਦੇ ਵਿੱਚ ਭਾਈ ਮਨਧੀਰ ਸਿੰਘ ਹੋਣੇ, ਸਿੱਖ ਆਗੂ ਨੇ ਤੇ ਵਿਦਵਾਨ ਵੀ ਨੇ, ਉਹਨਾਂ ਨੂੰ ਕਾਲ ਆਉਂਦੀ ਆ ਕਿ ਅਜੇਪਾਲ ਸਿੰਘ ਬਰਾੜ, ਦਵਿੰਦਰਪਾਲ ਸਿੰਘ ਸੇਖੋਂ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੇ ਇੱਕ ਰਾਜਪੁਰੇ ਤੋਂ ਸਿੰਘ ਨੇ ਬਲਜਿੰਦਰ ਸਿੰਘ ਪਰਵਾਨਾ ਜੋ ਟਕਸਾਲ ਦੇ ਨੇ। ਸਾਰੇ ਸਿੰਘਾਂ ਨੂੰ ਇਹ ਇਕੱਠੇ ਹੋ ਕੇ ਗਏ ਨੇ ਵੀ ਸ਼ਾਇਦ ਸਟੇਜ ਤੇ ਕੋਈ ਲੜਾਈ ਹੋ ਗਈ ਆ ਤਾਂ ਤੁਸੀਂ ਆਓ। ਪਹੁੰਚਦੇ ਨੇ। ਇਸ ਤੋਂ ਬਾਅਦ ਫਿਰ ਇਹਨਾਂ ਤੋਂ ਅੱਧਾ ਘੰਟਾ ਬਾਅਦ ਕਾਲ ਆਉਂਦੀ ਆ ਦੀਪ ਸਿੱਧੂ ਨੂੰ, ਨਿਹੰਗ ਸਿੰਘਾਂ ਦੀ, ਬਈ ਤੁਸੀਂ ਆਓ, ਤੁਹਾਡੇ ਬੰਦੇ ਇੱਥੇ ਥੋੜ੍ਹੇ ਨੇ, ਇੱਥੇ ਪ੍ਰੋਬਲਮ ਹੋ ਸਕਦੀ ਆ।
ਅਸੀਂ ਵੀ ਇੱਕੋ ਦਮ ਉੱਠ ਕੇ, ਜੇ ਦੀਪ ਉੱਠ ਕੇ ਗਿਆ ਤਾਂ ਅਸੀਂ ਵੀ ਨਾਲ ਚਲੇ ਗਏ। ਦੀਪ ਨੇ ਸਾਨੂੰ ਕਿਹਾ ਨਹੀਂ ਵੀ ਤੂੰ ਸਾਡੇ ਨਾਲ ਚਲੋ, ਅਸੀਂ ਇਸ ਤਰ੍ਹਾਂ ਹੀ ਇਕੱਠੇ ਜਿਵੇਂ ਬੈਠੇ ਸੀ ਐਵੇਂ ਉੱਠ ਕੇ ਅਸੀਂ ਚਲੇ ਗਏ। ਅਸੀਂ ਗਏ ਹਾਂ ਤਾਂ ਸੰਗਤ ਨੇ ਰੌਲਾ ਰੱਪਾ ਪਾਇਆ ਵੀ ਦੀਪ ਨੂੰ ਜਿਹੜਾ ਹੈ ਉਹ ਸਟੇਜ ਤੇ ਲੈ ਕੇ ਆਓ, ਨਾਰੇ ਜਕਾਰੇ ਲੱਗਣ ਲੱਗੇ। ਤਾਂ ਉੱਥੇ ਦੀਪ ਜਦੋਂ ਸਟੇਜ ਤੇ ਚੜ੍ਹਿਆ ਤਾਂ ਭਾਈ ਮਨਤੀਰ ਸਿੰਘ ਨੇ ਸੰਗਤਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਦੱਸੋ ਕੀ ਚਾਹੁੰਦੇ ਹੋ। ਕਿਹਾ ਵੀ ਅਸੀਂ ਇਹਨਾਂ ਨਾਲ ਗੱਲ ਕਰਨੀ ਚਾਹੁੰਦੇ। ਤਾਂ ਉਹਨੇ ਕਿਹਾ ਵੀ ਤੁਹਾਡਾ ਲੀਡਰ ਕੌਣ ਹੋਏ ਜਿਹੜਾ ਗੱਲ ਕਰੇ ਜਾ ਕੇ। ਤੇ ਉਹਨਾਂ ਨੇ ਪਹਿਲਾ ਨਾਂ ਦੀਪ ਸਿੱਧੂ ਦਾ ਲਿਆ, ਦੂਜਾ ਲੱਖੇ ਸਿਧਾਣੇ ਦਾ, ਤੀਜਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦਾ, ਤੇ ਬਾਬਾ ਹਰਦੀਪ ਸਿੰਘ ਮਹਿਰਾਜ, ਤੇ ਇੱਕ ਬਲਜਿੰਦਰ ਸਿੰਘ ਪਰਵਾਨਾ, ਸ਼ਾਇਦ ਇਹ ਇੱਕ ਸੀਗੇ ਨਿਹੰਗ ਸਿੰਘਾਂ ਚੋਂ ਰਾਜਾ ਰਾਮ ਸਿੰਘ ਜਿਹੜੇ ਨੇ ਨਾਂ ਲਿਆ। ਹੁਣ ਗੱਲ ਇੱਥੇ ਆ ਗਈ ਵੀ ਗੱਲ ਤਾਂ ਇਹ ਕਰਨਗੇ ਤੇ ਇਹ ਗੱਲ ਲੀਡਰਾਂ ਨੂੰ ਕੌਣ ਦੱਸਣ ਜਾਏ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ, ਤੁਸੀਂ ਗੱਲ ਕਰੋ। ਉਹਦੇ ਵਿੱਚ ਫਿਰ ਜਿਹੜਾ ਆ ਮੇਰਾ ਨਾਂ ਸੀਗਾ ਤੇ ਭਾਈ ਮਨਤੀਰ ਸਿੰਘ ਸਨ, ਤੇ ਦਵਿੰਦਰ ਸਿੰਘ ਸੇਖੋਂ ਸੀ, ਅਜੇਪਾਲ ਸਿੰਘ ਬਰਾੜ ਸਨ, ਬਾਬਾ ਹਰਦੀਪ ਸਿੰਘ ਮਹਿਰਾਜ ਸੀਗੇ। ਅਸੀਂ ਪੰਜੇ ਹੀ ਜਿਹੜਾ ਵਾਈਟ ਹਾਊਸ ਨਾਂ ਦੀ ਜਿਹੜੀ ਉੱਥੇ ਬਿਲਡਿੰਗ ਆ ਉਹਦੇ ਵਿੱਚ ਅਸੀਂ ਜਾਂਦੇ ਹਾਂ। ਤੇ ਸਾਨੂੰ ਉੱਥੇ ਕੋਈ 20 ਕੁ ਲੀਡਰ ਜਿਹੜੇ ਬੈਠੇ ਸੀਗੇ ਜੋ ਸਾਨੂੰ ਮਿਲੇ ਨੇ। ਤੇ ਮੈਂ ਤਾਂ ਨਾਂ ਤੋਂ ਇੱਕ ਦੋ ਬੰਦਿਆਂ ਨੂੰ ਜਾਣਨਾ, ਕਿਉਂਕਿ ਮੈਂ ਪੰਜਾਬ 'ਚ ਇਹਨਾਂ ਲੀਡਰਾਂ ਨੂੰ ਬਿਲਕੁਲ ਜਾਣਦਾ ਨਹੀਂ ਹੈਗਾ। ਤੇ ਗੁਰਨਾਮ ਸਿੰਘ ਚੜੂਨੀ ਬਿਲਕੁਲ ਸਾਡੇ ਸਾਹਮਣੇ ਬੈਠੇ ਨੇ। ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਇਦਾਂ ਦੀ ਸਿਚੁਏਸ਼ਨ ਆ ਤਾਂ ਆਪਾਂ ਗੱਲ ਕਰਕੇ ਕਿਤੇ ਨਾ ਕਿਤੇ ਸਵੇਰ ਤੱਕ ਦਾ ਮਾਹੌਲ ਜਿਹੜਾ ਉਹ ਸੰਭਾਲੀਏ, ਤਾਂ ਉਹਨਾਂ ਨੇ ਪਹਿਲੀ ਸੱਟੇ ਹੀ ਇਹ ਗੱਲ ਦੀ ਹਾਂ ਕਰਤੀ ਗੁਰਨਾਮ ਸਿੰਘ ਚੜੂਨੀ ਨੇ ਕਿ ਹਾਂ ਬਿਲਕੁਲ ਅਸੀਂ ਗੱਲ ਲਈ ਤਿਆਰ ਹਾਂ। ਪਰ ਇੱਧਰਲੇ ਪਾਸੇ ਕੁਝ ਸੱਜਣ ਬੈਠੇ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਨਹੀਂ ਤਿਆਰ ਇਸ ਗੱਲ ਲਈ, ਅਸੀਂ ਪਹਿਲਾਂ ਵਿਚਾਰ ਕਰਾਂਗੇ, ਸਾਨੂੰ ਸਮਾਂ ਦਿੱਤਾ ਜਾਏ। ਇਸ ਗੱਲ ਨੂੰ ਲੈ ਕੇ ਅਸੀਂ ਉੱਥੋਂ ਦਵਿੰਦਰ ਜਿਹੜਾ ਸਿੱਖੋਂ ਸਿੰਘ ਸਾਡਾ, ਉਹਨੇ ਇੱਕਦਮ ਕਿਹਾ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਆਇਓ। ਤਾਂ ਸਟੇਜ ਦੇ ਉੱਤੇ ਰੌਲਾ ਪਿਆ, ਤੁਸੀਂ ਸੰਗਤ ਨੂੰ ਜਵਾਬ ਦੇ ਨਹੀਂ ਹੈਗੇ, ਗੱਲ ਕਰੋ, ਜਿਹੜੇ ਤੁਸੀਂ ਟਾਈਮ ਦਿੱਤੇ ਨੇ, ਤੁਸੀਂ ਤੁਹਾਡੇ ਕਰਕੇ ਪ੍ਰੋਬਲਮ ਹੋਈ ਆ। ਤਾਂ ਉਹ ਥੋੜੀ ਤਲਖਲਗਾਮੀ 'ਚ ਅੱਗੋਂ ਬੋਲੇ ਤਾਂ ਅਸੀਂ ਨੀਵੀਂ ਖਿੱਚ ਕੇ ਸੀਗਾ ਚਲੋ ਕੋਈ ਗੱਲ ਨਹੀਂ। ਉਹ ਡੇਢ ਘੰਟੇ ਤੋਂ ਬਾਅਦ ਸਾਨੂੰ ਉੱਥੇ ਕਬੱਡੀ ਵਾਲੇ ਪਲੇਅਰ ਕਹਿੰਦਾ ਵੀ ਸਾਨੂੰ ਕੋਈ ਸਮਝ ਨਹੀਂ ਆਉਣ ਡਈ, ਇੰਨਾ ਸਮਾਂ ਹੋ ਗਿਆ ਤੇ ਇਹਨਾਂ ਨਾਲ ਗੱਲ ਕਰੋ ਤੇ ਤੁਸੀਂ ਜਾਓ। ਉਹਨਾਂ ਨੂੰ ਜਦੋਂ ਪੁੱਛਣ ਗਏ ਤੇ ਉੱਥੇ ਸਰਦਾਰ ਬਲਦੇਵ ਸਿੰਘ ਸਿਰਸਾ ਤੇ ਇੱਕ ਡੱਲੇਵਾਲ ਸਾਹਿਬ ਇਹ ਉੱਥੇ ਨੇ, ਤੇ ਇੱਕ ਕੋਈ ਸਿੰਘ ਹੋਰ ਸੀ, ਉਹਨਾਂ ਨੂੰ ਮੈਂ ਜਾਣਦਾ ਨਹੀਂ ਹੈਗਾ ਕਿਸਾਨ ਯੂਨੀਅਨ 'ਚੋਂ। ਤਾਂ ਵੀ ਠੀਕ ਹੈ ਜੀ, ਤੁਸੀਂ 5 ਜਣੇ ਆ ਜਾਓ ਤੇ ਆਪਾਂ ਵਿਚਾਰ ਕਰ ਲੈਂਦੇ ਹਾਂ। ਤਾਂ ਇੰਨੀ ਗੱਲ ਜਦੋਂ ਅਸੀਂ ਉਹਨਾਂ ਨੂੰ ਕਹੀ ਆ, ਤਾਂ ਜਦੋਂ ਅਸੀਂ 10 ਮਿੰਟ ਬਾਅਦ ਦੀਪ ਸਿੱਧੂ ਨੂੰ ਲੈ ਕੇ ਤੇ ਸਾਰੇ ਬੰਦੇ ਅਸੀਂ ਆਉਣ ਲਿਆ ਤੇ ਸਾਨੂੰ ਇਹਨਾਂ ਨੇ ਕਾਲ ਕਰ ਦਿੱਤੀ ਆ ਕਿ ਤੁਸੀਂ 1 ਘੰਟਾ 1.5 ਘੰਟਾ ਰੁਕ ਕੇ ਆਇਓ ਕਿ ਜਿਹੜੀ ਇੱਥੇ ਬੰਦੇ ਜ਼ਿਆਦੇ ਨੇ ਤੇ ਸਾਨੂੰ ਪ੍ਰੋਬਲਮ ਹੋ ਸਕਦੀ ਹੈ। ਅਸੀਂ 1.5 ਘੰਟਾ ਰੁਕੇ ਜਾਂ 1.5 ਘੰਟੇ ਬਾਅਦ ਦੁਬਾਰੇ ਗਏ ਆ ਫਿਰ ਇਹਨਾਂ ਦੇ ਕੋਲ, ਤਾਂ ਫਿਰ ਇਹਨਾਂ ਦੀ ਕਾਲ ਆਈ ਹੈ। ਫਿਰ ਸਾਡੀ ਵੀ ਕੋਈ ਇਨਫੋਰਮੇਸ਼ਨ ਸੀਗੀ, ਇਹਨਾਂ ਨੇ ਬੰਦੇ ਬੁੰਦੇ ਉੱਥੇ ਇਕੱਠੇ ਕੀਤੇ ਸੀਗੇ, ਸਾਨੂੰ ਉੱਥੋਂ ਇੱਦਾਂ ਦੀ ਇਨਫੋਰਮੇਸ਼ਨ ਆਈ ਕਿ ਉਹ ਦੀਪ ਦੇ ਗਲ ਪੈ ਸਕਦੇ ਨੇ ਜਾਂ ਲੱਖੇ ਦੇ ਗਲ ਪੈ ਸਕਦੇ ਨੇ, ਵੀ ਇੱਦਾਂ ਦੀ ਕੋਈ ਸਿਚੁਏਸ਼ਨ ਹੈਗੀ ਆ ਉੱਥੇ, ਵੀ ਤੁਸੀਂ ਵਾਪਸ ਮੁੜ ਜਾਓ। ਅਸੀਂ 2 ਵਜੇ ਕੁਝ ਮਿੰਟ ਤੇ ਅਸੀਂ ਉੱਥੋਂ ਵਾਪਸ ਆਏ ਹਾਂ। ਤਾਂ ਅਸੀਂ ਮਤਲਬ ਕਿ ਮੈਂ ਤੁਹਾਨੂੰ ਇੱਥੋਂ ਤੱਕ ਦੱਸ ਦਾਂਗੇ ਭਾਈ ਮਨਤੀਰ ਸਿੰਘ ਦੇ ਪੈਰ ਵੀ ਨੰਗੇ ਹਨ, ਜੁੱਤੀ ਰਹਿ ਗਈ ਕਿਤੇ, ਤੇ ਠੰਡ ਦਾ ਸਮਾਂ ਸੀਗਾ। ਉਸ ਤਰ੍ਹਾਂ ਹੀ ਸਾਰੇ ਅਸੀਂ ਜਿਵੇਂ ਤੁਰੇ ਫਿਰੇ ਹਾਂ। ਜਦੋਂ ਅਸੀਂ ਵਾਪਸ ਆ ਗਏ ਹਾਂ ਤਾਂ ਅਸੀਂ ਬੜੀ ਨਿਰਾਸ਼ਤਾ ਇਸ ਤਰ੍ਹਾਂ ਵੀ ਬੜੀ ਵੱਡੀ ਜਿਹੜੀ ਆ ਉਹ ਹਾਲਾਤ ਜਿਹੜੇ ਮਾੜੇ, ਬੜੀ ਵੱਡੀ ਗਲਤੀ ਗੁਨਾਹ ਹੋ ਚੱਲਿਆ ਜਿਹੜਾ ਸਵੇਰੇ ਇਦਾਂ ਦੇ ਹਾਲਾਤ ਹੋਣਗੇ। ਸਾਰੀ ਉਹਨਾਂ ਦੀ ਬਾਡੀ ਲੈਂਗੁਏਜ ਬੜੀ ਤਲਖ ਕਲਾਮੀ ਸਨ। ਉਹਨਾਂ ਨੂੰ ਐਂ ਲੱਗਦਾ ਸੀ ਵੀ ਜਿਹੜਾ ਇਹ ਸਟੇਜ ਦੇ ਉੱਤੇ ਕਬਜ਼ਾ ਕੀਤਾ ਇਹਨਾਂ ਬੰਦਿਆਂ ਨੇ ਕੀਤਾ, ਜਦੋਂ ਕਿ ਇਹ ਗੱਲ ਦਾ ਜਥੇਬੰਦੀਆਂ ਨੂੰ ਵੀ ਪਤਾ ਹੈ ਕਿ ਜਦੋਂ ਉਹਨਾਂ ਨੇ ਲੱਖੇ ਨੂੰ ਕਾਲ ਕੀਤੀ, ਮੈਂ ਇੱਥੇ ਗੱਲ ਦਰੁਸਤ ਕਰਾਂਗਾ ਤੇ ਤੁਸੀਂ ਵੀ ਇਹ ਗੱਲ ਦਾ ਧਿਆਨ ਰੱਖਿਓ, ਜਦ ਉਹਨੇ ਲੱਖੇ ਨੂੰ ਕਾਲ ਕੀਤੀ ਵੀ ਆ ਕੇ ਨੌਜਵਾਨਾਂ ਨੂੰ ਰੋਕੋ। ਕਿਹਨੇ ਕਾਲ ਕੀਤੀ? ਡੱਲੇਵਾਲ ਹੁਣਾਂ ਨੇ ਮੰਨਿਆ ਵੀ ਅਸੀਂ ਕਾਲ ਕੀਤੀ ਹੈ, ਵਾਰ-ਵਾਰ ਕਾਲ ਕੀਤੀ ਆ। ਤਾਂ ਇਹਨਾਂ ਦੀ ਕਾਲ ਦੇ ਉੱਤੇ ਲੱਖਾ ਸਿਧਾਣਾ ਆਉਂਦਾ ਆ। ਫਿਰ ਅਸੀਂ ਕਬਜ਼ਾ ਕਿਵੇਂ ਕਰ ਸਕਦੇ ਹਾਂ? ਲੱਖਾ ਸਿਧਾਣਾ ਪਹਿਲਾਂ ਆ ਗਿਆ, ਨੌਜਵਾਨਾਂ ਨੂੰ ਡੱਕ ਗਿਆ, ਨੌਜਵਾਨ ਨਹੀਂ ਰੁਕੇ, ਅਸੀਂ ਤਾਂ ਉਦੋਂ ਬਾਅਦ ਚਾਹੁੰਦੇ ਹਾਂ। ਇਹ ਗੱਲ ਪ੍ਰਤੱਖ ਰੂਪ 'ਚ। ਫਿਰ ਉੱਥੋਂ ਦੀਪ ਸਿੱਧੂ ਨੇ ਇਹ ਅਪੀਲ ਕੀਤੀ ਵੀ ਜੋ ਜਥੇਬੰਦੀਆਂ ਪ੍ਰੋਗਰਾਮ ਦੇਣਗੀਆਂ ਆਪਾਂ ਉਹਨਾਂ ਨਾਲ ਤਾਲਮੇਲ 'ਚ ਰਵਾਂਗੇ, ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੋਊਗੀ, ਤੁਸੀਂ ਫਿਕਰ ਨਾ ਕਰੋ। ਉਹਨਾਂ ਨੂੰ ਰੋਕ ਕੇ ਰੱਖਿਆ ਗਿਆ ਤੇ ਸਾਰੀ ਗੱਲ ਇਸ ਤਰੀਕੇ ਨਾਲ ਉੱਥੇ ਹੋਈ। ਪਰ ਨਿਰਾਸ਼ਤਾ ਵਾਲੀ ਗੱਲ ਇਹ ਸੀ ਕਿ ਉਹਨਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਜਿਹੜੇ ਇਹ ਬੰਦੇ ਨੇ ਇਹਨਾਂ ਨੇ ਸਟੇਜ ਦੇ ਉੱਤੇ ਕਬਜ਼ਾ ਕਰਕੇ ਤੇ ਹੁਣ ਸਾਡੇ ਨਾਲ ਗੱਲ ਕਰਨ ਆਏ ਨੇ, ਵੀ ਹੁਣ ਸਾਡੇ ਨਾਲ ਗੱਲ ਕਰੋ, ਅਸੀਂ ਕਬਜ਼ਾ ਕਰ ਲਿਆ। ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ ਸਾਰੀ ਹੀ ਐਵੇਂ ਸੀ, ਸਵਾਏ ਜਿਹੜਾ ਸੀਗਾ ਡੱਲੇਵਾਲ ਤੋਂ ਤੇ ਚੜੂਨੀ ਤੋਂ। ਉਹ ਇਹ ਗੱਲ ਨੂੰ ਸਮਝ ਰਹੇ ਹਨ ਵੀ ਇਹ ਗੱਲ ਨਹੀਂ ਹੈਗੀ, ਵੀ ਗੱਲ ਕੋਈ ਹੋਰ ਆ। ਬਾਕੀ ਸਾਰਾ ਜਿਹੜਾ ਲਾਣਾ ਆ ਉਹ ਇਹ ਗੱਲ ਹੀ ਤੈਸ਼ 'ਚ ਸੀਗੇ ਤੇ ਜਿੱਦਾਂ ਬੰਦੇ ਨਾਲ ਲੜਨਾ ਹੁੰਦਾ ਉਹਨਾਂ ਦੀ ਬਾਡੀ ਲੈਂਗੁਏਜ ਇਦਾਂ ਸੀ। ਨਹੀਂ ਉਹ ਨਹੀਂ ਸਨ ਹੈਗੇ। ਰਾਜੇਵਾਲ ਸਾਹਿਬ ਨਹੀਂ, ਰਜਿੰਦਰ ਸਿੰਘ ਨਹੀਂ, ਮੈਂ ਉਹਨਾਂ ਨੂੰ ਵੈਸੇ ਕਦੀ ਵੇਖਿਆ ਹੀ ਨਹੀਂ ਹੈਗਾ, ਹੋ ਸਕਦਾ ਉੱਥੇ ਹੋਣ ਪਰ ਮੈਂ ਨਹੀਂ ਉਹਨਾਂ ਨੂੰ। ਹੋਰ ਬੜੇ ਲੋਕ ਸਨ ਜਿਹੜੇ ਮੇਰੀ ਜਾਣ ਪਛਾਣ ਵਾਲੇ ਬੰਦੇ ਉੱਥੇ ਨਹੀਂ ਸਨ ਹੈਗੇ। ਡਾਕਟਰ ਦਰਸ਼ਨਪਾਲ ਨਹੀਂ ਸੀ ਹੈਗਾ, ਰਜਿੰਦਰ ਨਹੀਂ ਸੀ ਹੈਗਾ, ਰਾਜੇਵਾਲ ਨਹੀਂ ਸੀ ਹੈਗਾ, ਇਦਾਂ ਦੇ ਬੰਦੇ ਨਹੀਂ ਸਨ ਹੈਗੇ। ਲੀਡਰਸ਼ਿਪ ਬੈਠੀ ਸੀ ਜਥੇਬੰਦੀਆਂ, ਸਾਰੇ ਹੀ ਬੈਠੇ ਸਨ ਜੀ। ਟੋਟਲ ਲਗਭਗ ਉੱਥੇ ਬੰਦੇ ਹੋਣਗੇ 30 ਤੋਂ 35 ਬੰਦੇ ਹੋਣਗੇ ਉੱਥੇ, ਵਿੱਚ ਸਿਕਿਉਰਿਟੀ ਸੀ, ਵਿੱਚ ਆਮ ਬੰਦੇ ਸਨ। ਇਹ ਸਾਰਾ ਜਿਹੜਾ ਮੈਨੂੰ ਜੋ ਲੱਗਾ ਉਹ ਐਵੇਂ ਸੀ ਵੀ ਸਾਡੇ ਨਾਲ ਗੱਲ ਹੀ ਨਹੀਂ ਸਨ ਕਰਨਾ ਚਾਹੁੰਦੇ।
ਤੇ ਇਹ ਜਿਹੜਾ ਵੱਡਾ ਵਿਗਾੜ ਪਿਆ ਆ, ਜੇ ਕਿਤੇ ਉਹ ਗੱਲ ਕਰ ਲੈਂਦੇ, ਨੌਜਵਾਨਾਂ ਨੂੰ ਕਹਿ ਦਿੰਦੇ ਵੀ ਠੀਕ ਆ ਕੋਈ ਗੱਲ ਨਹੀਂ, ਜਿਵੇਂ ਤੁਸੀਂ ਕਹਿੰਦੇ ਹੋ ਉਦਾਂ ਹੋ ਜਾਊਗਾ, ਤਾਂ ਇੱਕ ਵੀ ਘਟਨਾ ਇਦਾਂ ਦੀ ਨਹੀਂ ਸੀ ਸੋ ਵਾਪਰਨੀ। ਦੋਸਤੋ ਇਹ ਸਨ ਉਹਨਾਂ ਕੁਝ ਲੋਕਾਂ ਦੇ ਵਿਚਾਰ ਅਤੇ ਉਹਨਾਂ ਦੁਆਰਾ ਅੱਖੀ ਡਿੱਠਾ ਹਾਲ, ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਨਾਲ ਸ਼ੁਰੂ ਤੋਂ ਹੀ ਕਾਫੀ ਨੇੜੇ ਰਹੇ ਹਨ ਜਦੋਂ ਸਾਰਾ ਕੁਝ ਵਾਪਰਿਆ ਹੈ। ਬਾਕੀ ਦੋਸਤੋ ਸਾਰੇ ਮਸਲੇ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਨਾ, ਤੇ ਜੇਕਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਤੁਹਾਨੂੰ ਠੀਕ ਲੱਗਦੇ ਨੇ ਤੇ ਤੁਸੀਂ ਉਹਨਾਂ ਦੀ ਸਪੋਰਟ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਹੋ, ਤਾਂ ਹੈਸ਼ਟੈਗ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਵੀ ਟ੍ਰੈਂਡ ਕਰ ਰਹੇ ਨੇ, ਹੈਸ਼ਟੈਗ ਫ੍ਰੀ ਦੀਪ ਸਿੱਧੂ ਤੇ ਹੈਸ਼ਟੈਗ ਵੀ ਸਪੋਰਟ ਲੱਖਾ ਸਿਧਾਣਾ, ਤੁਸੀਂ ਵੀਡੀਓ ਦੇ ਥੱਲੇ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ ਤਾਂ ਕਿ ਇਹਨਾਂ ਹੈਸ਼ਟੈਗ ਨੂੰ ਹੋਰ ਜ਼ਿਆਦਾ ਵਾਇਰਲ ਕੀਤਾ ਜਾ ਸਕੇ। ਤੇ ਦੋਸਤੋ ਨਾਲ ਹੀ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਇੰਨਾ ਹੀ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਲੇਟੈਸਟ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਹਰ ਤਾਜ਼ਾ ਖਬਰ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਤੁਹਾਡੇ ਹੀ ਆਪਣੇ ਚੈਨਲਸ ਲਿਮਟਿਡ ਗਿਆਨ ਤੇ ਸਵੈਗ ਪੰਜਾਬ ਟੀਮ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤੋ ਫਿਲਹਾਲ ਹੁਣ ਤੁਹਾਡੇ ਤੋਂ ਇੱਥੇ ਲੈਂਦੇ ਹਾਂ ਇਜਾਜ਼ਤ, ਪਰ ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ। क्या धर्म है सरकार बगैर में